ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਕੈਨੇਡਾ 'ਚ ਵੀਜ਼ਾ ਧੋਖਾਧੜੀ ਮਾਮਲੇ 'ਚ ਨਵੀਂ ਜਾਣਕਾਰੀ। ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਦੀ ਖੁਫੀਆ ਤੇ ਇਨਫੋਰਸਮੈਂਟ ਸ਼ਾਖਾ ਨੇ ਸ਼ੱਕੀ ਮਾਮਲਿਆਂ ਨੂੰ 300 ਤੱਕ ਸੀਮਤ ਕੀਤਾ। ਕੈਨੇਡਾ ਦੀ ਮਹਿੰਗਾਈ ਦਰ ਜੂਨ 'ਚ ਘਟ ਕੇ 2.8% ਹੋਈ, ਪਰ ਗਰੋਸਰੀ ਦੀਆਂ ਕੀਮਤਾਂ ਨੇ ਲੋਕਾਂ ਦੀ ਢਿੱਲੀ ਕੀਤੀ ਜੇਬ। ਭੋਜਨ ਮਹਿੰਗਾਈ ਸਮੇਂ ਦੇ ਨਾਲ ਹੌਲੀ ਹੋਣ ਦੀ ਉਮੀਦ। ਕੈਨੇਡਾ ਦੇ ਜਨਤਕ ਸੁਰੱਖਿਆ ਵਿਭਾਗ ਨੇ ਕਿਹਾ ਉਹ ਦੇਸ਼ 'ਚ ਸਾਰੇ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ। ਕੈਨੇਡੀਅਨ ਵਿਦੇਸ਼ ਮੰਤਰੀ ਮੈਲਾਨੀਆ ਜੋਲੀ ਨੇ ਪਿਛਲੇ ਮਹੀਨੇ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਦਾ ਦਿੱਤਾ ਸੀ ਭਰੋਸਾ। ਫੈਡਰਲ ਚੋਣਾਂ ਤੋਂ ਪਹਿਲਾਂ ਕੰਜ਼ਰਵੇਟਿਵ ਆਗੂ ਪੀਅਰੇ ਪੋਲੀਏਵਰ ਨੇ ਦਿੱਤੇ ਸੰਕੇਤ। ਪੋਲੀਏਵਰ ਦਾ ਧਿਆਨ ਰਿਹਾਇਸ਼ ਅਤੇ ਸਿਹਤ ਦੇਖਭਾਲ ਵਰਗੇ ਮੁੱਦਿਆਂ ਤੇ ਕੇਂਦਰਿਤ, ਜਿਨ੍ਹਾਂ ਨੂੰ ਕੈਨੇਡੀਅਨ ਲੋਕ ਵੋਟਿੰਗ 'ਚ ਮੰਨਦੇ ਨੇ ਸਭ ਤੋਂ ਉੱਪਰ। ਕੈਨੇਡਾ 'ਚ ਵੀਜ਼ਾ ਧੋਖਾਧੜੀ ਮਾਮਲੇ 'ਚ ਚੱਲ ਰਹੀ ਜਾਂਚ ਸੰਬੰਧੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਦੀ ਖੁਫੀਆ ਅਤੇ ਇਨਫੋਰਸਮੈਂਟ ਸ਼ਾਖਾ ਨੇ ਸ਼ੁਰੂਆਤੀ ਤੌਰ ਤੇ 2000 ਤੋਂ ਵੱਧ ਮਾਮਲਿਆਂ ਦੀ ਪਛਾਣ ਕੀਤੀ ਸੀ, ਜਿੱਥੇ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ ਸੀ, ਤੇ ਹੁਣ ਉਹਨਾਂ ਨੇ ਅਜਿਹੇ ਸ਼ੱਕੀ ਮਾਮਲਿਆਂ ਨੂੰ 300 ਤੱਕ ਸੀਮਤ ਕਰ ਦਿੱਤਾ ਹੈ। ਕੈਨੇਡਾ 'ਚ ਵੀਜ਼ਾ ਧੋਖਾਧੜੀ ਮਾਮਲੇ 'ਚ ਚੱਲ ਰਹੀ ਜਾਂਚ ਸੰਬੰਧੀ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਦੀ ਖੁਫੀਆ ਅਤੇ ਇਨਫੋਰਸਮੈਂਟ ਸ਼ਾਖਾ ਨੇ ਖੁਲਾਸਾ ਕੀਤਾ ਹੈ ਕਿ ਲੋਕਾਂ ਤੋਂ ਮਿਲੇ ਸੁਝਾਵਾਂ ਦੇ ਆਧਾਰ ਤੇ ਉਹਨਾਂ ਨੇ ਸ਼ੁਰੂਆਤੀ ਤੌਰ ਤੇ 2000 ਤੋਂ ਵੱਧ ਮਾਮਲਿਆਂ ਦੀ ਪਛਾਣ ਕੀਤੀ ਸੀ, ਜਿੱਥੇ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ ਸੀ, ਤੇ ਹੁਣ ਉਹਨਾਂ ਨੇ ਅਜਿਹੇ ਸ਼ੱਕੀ ਮਾਮਲਿਆਂ ਨੂੰ 300 ਤੱਕ ਸੀਮਤ ਕਰ ਦਿੱਤਾ ਹੈ। ਧੋਖਾਧੜੀ ਦਾ ਸ਼ਿਕਾਰ ਹੋਏ ਕੁਝ ਵਿਦਿਆਰਥੀਆਂ ਨੇ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਮਾਰਕੋ ਈ.ਐਲ. ਮੈਂਡੀਸੀਨੋ ਨੂੰ 8 ਜੂਨ ਨੂੰ ਇੱਕ ਚਿੱਠੀ ਭੇਜੀ ਸੀ। ਇਸ ਚਿੱਠੀ ਦਾ ਜਵਾਬ ਦਿੰਦੇ ਹੋਏ ਸ਼ਾਖਾ ਦੇ ਉਪ ਪ੍ਰਧਾਨ ਐਰੋਨ ਮੈਕਰੋਰੀ ਨੇ ਉਕਤ ਅੰਕੜਿਆਂ ਦਾ ਖੁਲਾਸਾ ਕੀਤਾ। ਅੰਕੜਿਆਂ ਮੁਤਾਬਕ 2018 'ਚ CBSA ਸੰਗਠਿਤ ਅਪਰਾਧ ਸਮੂਹਾਂ ਦੀ ਜਾਂਚ ਕਰ ਰਿਹਾ ਸੀ ਅਤੇ ਵਿਦਿਆਰਥੀਆਂ ਦੇ ਸਕੂਲ ਨਾ ਜਾਣ ਅਤੇ ਅਪਰਾਧਿਕਤਾ ਅਤੇ ਗੈਂਗਾਂ 'ਚ ਸ਼ਾਮਲ ਹੋਣ ਦੇ ਮੁੱਦਿਆਂ ਤੋਂ ਜਾਣੂ ਹੋਇਆ ਸੀ। ਇਸ ਨਾਲ ਪੁੱਛਗਿੱਛ ਦੀਆਂ ਨਵੀਆਂ ਲਾਈਨਾਂ ਸ਼ੁਰੂ ਹੋਈਆਂ। 2020 'ਚ ਜਨਤਾ ਦੇ ਸਹਿਯੋਗ ਨਾਲ ਉਹਨਾਂ ਨੇ 2000 ਤੋਂ ਵੱਧ ਕੇਸਾਂ ਦੀ ਪਛਾਣ ਕੀਤੀ, ਜਿੱਥੇ ਵਿਦਿਆਰਥੀ ਵੀਜ਼ਾ ਪ੍ਰਾਪਤ ਕਰਨ ਲਈ ਧੋਖਾਧੜੀ ਵਾਲੇ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਗਈ ਹੋ ਸਕਦੀ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਸਹਿਯੋਗ ਨਾਲ CBSA ਨੇ ਉਹਨਾਂ ਮਾਮਲਿਆਂ ਦੀ ਸਮੀਖਿਆ ਕੀਤੀ ਤੇ ਉਹਨਾਂ ਨੂੰ ਲਗਭਗ 300 ਮਾਮਲਿਆਂ ਤੱਕ ਸੀਮਤ ਕਰ ਦਿੱਤਾ। ਮੈਕਰੋਰੀ ਨੇ ਪੱਤਰ 'ਚ ਲਿਖਿਆ ਕਿ CBSA ਆਪਣੇ ਸਾਹਮਣੇ ਕਿਸੇ ਵੀ ਮਾਮਲੇ ਨੂੰ ਤੱਥਾਂ ਦੇ ਆਧਾਰ ਤੇ ਕੇਸ ਦਰ ਕੇਸ ਦੇਖਦੀ ਹੈ। ਇਹਨਾਂ 300 ਸ਼ੱਕੀ ਮਾਮਲਿਆਂ ਵਿੱਚ ਅਸਲ ਵਿਦਿਆਰਥੀਆਂ ਤੋਂ ਲੈ ਕੇ ਉਹਨਾਂ ਲੋਕਾਂ ਤੱਕ ਜੋ ਕਥਿਤ ਤੌਰ ਤੇ ਇਸ ਸਕੀਮ 'ਚ ਸ਼ਾਮਲ ਸਨ ਤੇ ਜਿਨ੍ਹਾਂ ਨੇ ਕੈਨੇਡਾ 'ਚ ਦਾਖਲ ਹੋਣ ਲਈ ਸਿਸਟਮ ਦਾ ਕਥਿਤ ਤੌਰ ਤੇ ਫਾਇਦਾ ਉਠਾਇਆ ਹੈ, ਹਾਲਾਤ ਵੱਖ-ਵੱਖ ਨੇ। ਉਹਨਾਂ ਨੇ ਅੱਗੇ ਲਿਖਿਆ ਕਿ ਜਿਵੇਂ ਕਿ ਜੂਨ 'ਚ ਘੋਸ਼ਣਾ ਕੀਤੀ ਗਈ ਸੀ ਕਿ IRCC ਅਧਿਕਾਰੀਆਂ ਦੀ ਇੱਕ ਟਾਸਕ ਫੋਰਸ ਹਰੇਕ ਕੇਸ ਦੇ ਖਾਸ ਹਾਲਾਤ ਦਾ ਮੁਲਾਂਕਣ ਕਰਕੇ ਅਸਲੀ ਵਿਦਿਆਰਥੀਆਂ ਦੀ ਪਛਾਣ ਕਰਨ ਲਈ CBSA ਨਾਲ ਮਿਲ ਕੇ ਕੰਮ ਕਰ ਰਹੀ ਸੀ। ਉਸਨੇ ਅੱਗੇ ਇਹ ਵੀ ਕਿਹਾ ਕਿ ਜਿਹੜੇ ਲੋਕ ਸਹੀ ਪਾਏ ਜਾਂਦੇ ਨੇ ਉਹਨਾਂ ਨੂੰ ਕੈਨੇਡਾ 'ਚ ਰਹਿਣ ਦੀ ਇਜਾਜ਼ਤ ਦੇਣ ਲਈ ਇੱਕ ਅਸਥਾਈ ਨਿਵਾਸੀ ਪਰਮਿਟ ਜਾਰੀ ਕੀਤਾ ਜਾ ਸਕਦਾ ਹੈ। ਇਸ ਵਿੱਚ ਕੈਨੇਡਾ ਵਾਸਤਵਿਕ ਵਿਦਿਆਰਥੀਆਂ, ਮਿਲੀ ਭੁਗਤ ਕਰਨ ਵਾਲਿਆਂ ਅਤੇ ਸਿਸਟਮ ਦਾ ਫਾਇਦਾ ਉਠਾ ਕੇ ਆਪਣੇ ਖੇਤਰ 'ਚ ਦਾਖਲ ਹੋਣ ਵਾਲਿਆਂ ਨੂੰ ਵੱਖ ਕਰੇਗਾ। ਟਾਸਕ ਫੋਰਸ ਅਸਲ ਕੇਸਾਂ ਦੀ ਪਛਾਣ ਕਰਨ ਲਈ ਕੈਨੇਡੀਅਨ ਬਾਰਡਰ ਏਜੰਸੀ ਨਾਲ ਕੰਮ ਕਰ ਰਹੀ ਹੈ, ਜਿਸ ਲਈ ਸਮੀਖਿਆ ਹੋਣ ਤੱਕ ਡੈਪੋਟੇਸ਼ਨ ਨੂੰ ਰੋਕ ਦਿੱਤਾ ਜਾਵੇਗਾ। ਸਹੀ ਪਾਏ ਗਏ ਕੇਸਾਂ ਨੂੰ ਅਸਥਾਈ ਨਿਵਾਸੀ ਪਰਮਿਟ ਮਿਲ ਸਕਦਾ ਹੈ, ਬਾਕੀਆਂ ਨੂੰ ਉਚਿਤ ਸੁਰੱਖਿਆ ਪ੍ਰਾਪਤ ਹੋ ਸਕਦੀ ਹੈ। ਕੈਨੇਡਾ ਦੀ ਮਹਿੰਗਾਈ ਦਰ ਜੂਨ 'ਚ ਘਟ ਕੇ 2.8% ਹੋ ਗਈ, ਪਰ ਗਰੋਸਰੀ ਦੀਆਂ ਕੀਮਤਾਂ ਨੇ ਲੋਕਾਂ ਦੀ ਜੇਬ ਢਿੱਲੀ ਕੀਤੀ ਹੋਈ ਹੈ। ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਕੈਨੇਡਾ 'ਚ ਖਾਣ ਪੀਣ ਦੀਆਂ ਕੀਮਤਾਂ ਨੂੰ ਵਧਾਉਣ ਲਈ ਕਈ ਕਾਰਕ ਨੇ, ਜੋ ਜੂਨ 'ਚ ਸਾਲ ਦਰ ਸਾਲ 9.1% ਵਧੇ ਸਨ, ਪਰ ਉਹ ਉਮੀਦ ਕਰਦੇ ਨੇ ਕਿ ਭੋਜਨ ਮਹਿੰਗਾਈ ਸਮੇਂ ਦੇ ਨਾਲ ਹੌਲੀ-ਹੌਲੀ ਘਟ ਜਾਵੇਗੀ। ਕੈਨੇਡਾ ਦੀ ਮਹਿੰਗਾਈ ਦਰ ਜੂਨ 'ਚ ਘਟ ਕੇ 2.8% ਹੋ ਗਈ। 2 ਸਾਲਾਂ ਤੋਂ ਵੱਧ ਸਮੇਂ 'ਚ ਪਹਿਲੀ ਵਾਰ ਦੇਸ਼ ਦੀ ਟੀਚਾ ਸੀਮਾ ਤੱਕ ਪਹੁੰਚ ਗਈ, ਜਿਸ ਨੂੰ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਇੱਕ ਮੀਲ ਪੱਥਰ ਵਜੋਂ ਸ਼ਲਾਘਾ ਕੀਤੀ। ਤਾਂ ਫਿਰ ਕੈਨੇਡੀਅਨ ਅਜੇ ਵੀ ਆਪਣੇ ਸਥਾਨਕ ਕਰਿਆਨੇ ਦੀਆਂ ਦੁਕਾਨਾਂ ਤੇ ਚੂੰਡੀ ਕਿਉਂ ਮਹਿਸੂਸ ਕਰ ਰਹੇ ਨੇ? ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਕੈਨੇਡਾ 'ਚ ਖਾਣ ਪੀਣ ਦੀਆਂ ਕੀਮਤਾਂ ਨੂੰ ਵਧਾਉਣ ਲਈ ਕਈ ਕਾਰਨ ਨੇ, ਜੋ ਜੂਨ ਵਿੱਚ ਸਾਲ ਦਰ ਸਾਲ 9.1% ਵੱਧ ਸਨ,
ਪਰ ਉਹ ਉਮੀਦ ਕਰਦੇ ਨੇ ਕਿ ਭੋਜਨ ਮਹਿੰਗਾਈ ਸਮੇਂ ਦੇ ਨਾਲ ਮੱਧਮ ਪੈ ਜਾਵੇਗੀ। ਕੈਨੇਡਾ ਦੀਆਂ ਉੱਚੀਆਂ ਕਰਿਆਨੇ ਦੀਆਂ ਕੀਮਤਾਂ ਦੇ ਪਿੱਛੇ ਕੀ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਕੀ ਉਮੀਦ ਕਰਨੀ ਚਾਹੀਦੀ ਹੈ, ਇਸ ਬਾਰੇ ਇੱਕ ਨਜ਼ਰ ਮਾਰੀਏ ਤਾਂ ਸਾਹਮਣੇ ਆਉਂਦਾ ਹੈ ਕਿ ਮੌਸਮੀ ਤਬਦੀਲੀ ਦੇ ਨਤੀਜੇ ਵਜੋਂ ਕੈਨੇਡਾ ਅਤੇ ਦੁਨੀਆ ਭਰ 'ਚ ਸੋਕੇ, ਜੰਗਲੀ ਅੱਗ ਤੇ ਹੜ੍ਹ ਵਰਗੀਆਂ ਅਤਿਅੰਤ ਮੌਸਮੀ ਘਟਨਾਵਾਂ ਦੇ ਨਾਲ ਖੇਤੀ ਉਤਪਾਦਨ ਅਤੇ ਸਪਲਾਈ ਚੇਨ ਪ੍ਰਭਾਵਿਤ ਹੁੰਦੇ ਨੇ। ਸਮੁੱਚੀ ਖੁਰਾਕ ਮਹਿੰਗਾਈ ਤੇ ਕੁਝ ਦਬਾਅ ਲਾਗੂ ਕਰਦੇ ਨੇ। ਫਰਵਰੀ 2022 'ਚ ਯੂਕਰੇਨ ਉੱਤੇ ਰੂਸ ਦੇ ਹਮਲੇ ਦੇ ਨਤੀਜੇ ਵਜੋਂ ਖੇਤੀਬਾੜੀ ਅਤੇ ਤੇਲ ਉਤਪਾਦਨ 'ਚ ਦੋਵਾਂ ਦੇਸ਼ਾਂ ਦੀ ਭੂਮਿਕਾ ਦੇ ਕਾਰਨ ਵਿਸ਼ਵ ਵਿਆਪੀ ਖੁਰਾਕੀ ਕੀਮਤਾਂ ਉੱਤੇ ਵਾਧੂ ਦਬਾਅ ਪੈਦਾ ਹੋਇਆ। ਇਸ ਨਾਲ ਕਣਕ, ਖਾਦ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਵਾਧਾ ਹੋਇਆ। ਜੁਲਾਈ 2022 ਦੇ ਵਿੱਚ ਸੰਯੁਕਤ ਰਾਸ਼ਟਰ ਅਤੇ ਤੁਰਕੀ ਦੁਆਰਾ ਬ੍ਰੋਕਰ ਕੀਤੇ ਗਏ ਸੌਦੇ ਨੇ ਚੱਲ ਰਹੇ ਯੁੱਧ ਦੇ ਬਾਵਜੂਦ ਯੂਕਰੇਨ ਨੂੰ ਆਪਣੇ ਸਮੁੰਦਰੀ ਬੰਦਰਗਾਹਾਂ ਤੋਂ ਅਨਾਜ ਨਿਰਯਾਤ ਕਰਨ ਦੀ ਇਜਾਜ਼ਤ ਦਿੱਤੀ। ਰੂਸ ਪਿਛਲੇ ਮਹੀਨੇ ਇਹ ਕਹਿ ਕੇ ਸੌਦੇ ਤੋਂ ਬਾਹਰ ਹੋ ਗਿਆ ਸੀ ਕਿ ਆਪਣੇ ਅਨਾਜ ਅਤੇ ਖਾਦ ਦੇ ਨਿਰਯਾਤ ਤੇ ਪਾਬੰਦੀਆਂ ਨੂੰ ਘੱਟ ਕਰਨ ਦੀਆਂ ਉਸ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਨੇ। ਇੱਕ ਹੋਰ ਸਮੱਸਿਆ ਜੋ ਕੈਨੇਡਾ 'ਚ ਪਾਈਪਲਾਈਨ 'ਚ ਹੈ ਉਹ ਹੈ ਖੇਤੀਬਾੜੀ ਸੈਕਟਰ 'ਚ ਮਜ਼ਦੂਰਾਂ ਦੀ ਘਾਟ। ਅਰਥ ਸ਼ਾਸਤਰੀਆਂ ਨੇ ਕਿਹਾ ਕਿ ਜੋ ਸੰਭਾਵਤ ਤੌਰ ਤੇ ਭੋਜਨ ਦੀਆਂ ਕੀਮਤਾਂ ਤੇ ਵਾਧੂ ਦਬਾਅ ਪਾਵੇਗਾ। ਬਹੁਤ ਸਾਰੇ ਕੈਨੇਡੀਅਨਾਂ ਨੇ ਵੱਡੀਆਂ ਕਾਰਪੋਰੇਸ਼ਨਾਂ ਵੱਲ ਉਂਗਲ ਉਠਾਈ ਹੈ ਤੇ ਪਿਛਲੇ ਕੁਝ ਸਾਲਾਂ 'ਚ ਕਰਿਆਨੇ ਦੀਆਂ ਕੀਮਤਾਂ ਕਿੰਨੀਆਂ ਮਹਿੰਗੀਆਂ ਹੋ ਗਈਆਂ ਨੇ, ਪਰ ਹਗਿੰਸ ਨੇ ਕਿਹਾ ਹੈ ਕਿ ਭੋਜਨ ਦੀਆਂ ਉੱਚੀਆਂ ਕੀਮਤਾਂ ਦਾ ਮੁੱਦਾ ਥੋੜਾ ਹੋਰ ਗੁੰਝਲਦਾਰ ਹੈ। ਡਲਹੌਜ਼ੀ ਯੂਨੀਵਰਸਿਟੀ ਦੀ ਐਗਰੀ ਫੂਡ ਐਨਾਲਿਟਿਕਸ ਲੈਬ ਤੋਂ ਕੈਨੇਡਾ ਦੀ ਫੂਡ ਪ੍ਰਾਈਸ ਰਿਪੋਰਟ 2023 'ਚ ਕਿਹਾ ਗਿਆ ਹੈ ਕਿ ਸਬਜ਼ੀਆਂ, ਡੇਅਰੀ ਅਤੇ ਮੀਟ 'ਚ ਸਭ ਤੋਂ ਵੱਧ ਵਾਧੇ ਦੇ ਨਾਲ ਖਪਤਕਾਰ 2023 'ਚ ਭੋਜਨ ਦੀਆਂ ਕੀਮਤਾਂ 'ਚ 5 ਤੋਂ 7% ਵਾਧੇ ਦੀ ਉਮੀਦ ਕਰ ਸਕਦੇ ਨੇ। ਰਿਪੋਰਟ 'ਚ ਭਵਿੱਖਬਾਣੀ ਕੀਤੀ ਗਈ ਹੈ ਕਿ 4 ਵਿਅਕਤੀਆਂ ਦਾ ਔਸਤਨ ਪਰਿਵਾਰ 2022 ਦੇ ਮੁਕਾਬਲੇ ਭੋਜਨ ਤੇ $1065 ਵੱਧ ਖਰਚ ਕਰੇਗਾ। ਹਾਲਾਂਕਿ ਉਹ ਉਮੀਦ ਨਹੀਂ ਕਰਦੇ ਹਨ ਕਿ ਭੋਜਨ ਦੀਆਂ ਕੀਮਤਾਂ ਰਾਤੋਂ ਰਾਤ ਨਾਟਕੀ ਤੌਰ ਤੇ ਘਟਣਗੀਆਂ। ਫੈਨ ਅਤੇ ਹਗਿੰਸ ਨੇ ਕਿਹਾ ਹੈ ਕਿ ਉਹ ਆਉਣ ਵਾਲੇ ਮਹੀਨਿਆਂ 'ਚ ਖੁਰਾਕੀ ਮਹਿੰਗਾਈ ਦੇ ਹੌਲੀ ਹੋਣ ਦੀ ਉਮੀਦ ਕਰਦੇ ਨੇ। ਕੈਨੇਡਾ ਦੇ ਜਨਤਕ ਸੁਰੱਖਿਆ ਵਿਭਾਗ ਨੇ ਕਿਹਾ ਹੈ ਕਿ ਉਹ ਭਾਰਤੀ ਡਿਪਲੋਮੈਟਾਂ ਖਿਲਾਫ ਧਮਕੀਆਂ ਭਰੇ ਆਨਲਾਈਨ ਵੀਡੀਓ ਨਸ਼ਰ ਹੋਣ ਤੋਂ ਬਾਅਦ ਦੇਸ਼ ਵਿੱਚ ਸਾਰੇ ਕੂਟਨੀਤਿਕ ਪ੍ਰਤੀਨਿਧਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ। ਕੈਨੇਡੀਅਨ ਵਿਦੇਸ਼ ਮੰਤਰੀ ਮੈਲਾਨੀਆ ਜੋਲੀ ਨੇ ਪਿਛਲੇ ਮਹੀਨੇ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਸੀ ਅਤੇ ਗਰਮ ਖਿਆਲੀਆਂ ਦੀ ਰੈਲੀ ਤੋਂ ਪਹਿਲਾਂ ਕੱਟੜਪੰਥੀਆਂ ਦੀ ਪ੍ਰਚਾਰ ਸਮੱਗਰੀ ਨੂੰ ਅਸਵੀਕਾਰ ਵੀ ਕੀਤਾ ਸੀ। ਕੈਨੇਡਾ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਕੰਜ਼ਰਵੇਟਿਵ ਆਗੂ ਪੀਅਰੇ ਪੋਲੀਏਵਰ ਨੂੰ ਕੁਝ ਸੰਕੇਤ ਦਿੱਤੇ ਗਏ ਨੇ ਕਿ ਉਹ ਪ੍ਰਧਾਨ ਮੰਤਰੀ ਦੇ ਰੂਪ 'ਚ ਵਿਸ਼ਵ ਮੰਚ ਤੇ ਕਿੰਜ ਪਹੁੰਚਣਗੇ। ਪੋਲੀਏਵਰ ਦਾ ਧਿਆਨ ਰਿਹਾਇਸ਼ ਅਤੇ ਸਿਹਤ ਦੇਖਭਾਲ ਵਰਗੇ ਮੁੱਦਿਆਂ ਤੇ ਕੇਂਦਰਿਤ ਹੈ, ਜਿਨ੍ਹਾਂ ਨੂੰ ਕੈਨੇਡੀਅਨ ਲੋਕ ਵੋਟਿੰਗ 'ਚ ਸਭ ਤੋਂ ਉੱਪਰ ਮੰਨਦੇ ਨੇ। ਉਧਰ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਸਰਕਾਰ 'ਚ ਇਮੀਗ੍ਰੇਸ਼ਨ ਮੰਤਰੀ ਰਹੇ ਕ੍ਰਿਸ ਐਲੈਗਜ਼ੈਂਡਰ ਨੇ ਤਰਕ ਦਿੱਤਾ ਹੈ ਕਿ ਸੰਘਰਸ਼ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਵਿਸ਼ਵੀ ਤਾਕਤਾਂ ਦੇ ਪ੍ਰਭਾਵ ਨੂੰ ਦੇਖਦਿਆਂ ਪੋਲੀਏਵਰ ਹੋਰ ਅੱਗੇ ਵੱਧ ਸਕਦੇ ਨੇ। ਕੈਨੇਡਾ 'ਚ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਓਟਾਵਾ ਦੇ ਆਲੇ-ਦੁਆਲੇ ਦੇ ਰਾਜਦੂਤ ਕੰਜ਼ਰਵੇਟਿਵ ਪਾਰਟੀ ਦੀ ਵਿਦੇਸ਼ ਨੀਤੀ ਨੂੰ ਸਮਝਣ ਲਈ ਸੁਰਾਗ ਲੱਭ ਰਹੇ ਨੇ, ਕਿਉਂਕਿ ਪਾਰਟੀ ਆਗੂ ਪੀਅਰੇ ਪੋਲੀਏਵਰ ਨੇ ਕੁਝ ਸੰਕੇਤ ਦਿੱਤੇ ਨੇ ਕਿ ਉਹ ਪ੍ਰਧਾਨ ਮੰਤਰੀ ਦੇ ਰੂਪ 'ਚ ਵਿਸ਼ਵ ਮੰਚ ਤੇ ਕਿੰਜ ਪਹੁੰਚਣਗੇ। ਓਟਾਵਾ 'ਚ ਕਈ ਦੂਤ ਘਰਾਂ ਦੇ ਅੰਬੈਸਡਰ ਇਸ ਗੱਲ ਨੂੰ ਲੈ ਕੇ ਖਦਸ਼ੇ 'ਚ ਨੇ ਕਿ ਕੀ ਕੰਜ਼ਰਵੇਟਿਵ ਵਿਸ਼ਵ ਜਲਵਾਯੂ ਵਚਨਬੱਧਤਾ ਤੇ ਟਿਕੇ ਰਹਿਣਗੇ ਅਤੇ ਯੂਕਰੇਨ ਦਾ ਸਮਰਥਨ ਜਾਰੀ ਰੱਖਣਗੇ। ਇਸ ਬਾਰੇ ਗੱਲਬਾਤ ਕਰਦਿਆਂ ਲੌਬੀ ਫਰਮ ਸਟ੍ਰੈਟਜੀ ਕਾਰਪ ਨੇ ਉਪ ਪ੍ਰਧਾਨ ਗੈਲੀ ਕੈਲਰ ਨੇ ਕਿਹਾ ਹੈ ਕਿ ਪੋਲੀਏਵਰ ਆਪਣੇ ਘਰੇਲੂ ਆਰਥਿਕ ਬਿਰਤਾਂਤ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਵਿਦੇਸ਼ ਨੀਤੀ ਦੇ ਪੱਖ 'ਚ ਭਾਰੀ ਜ਼ਿੰਮੇਵਾਰੀ ਹੋਰਾਂ ਤੇ ਸੁੱਟ ਰਹੇ ਨੇ। ਕੈਲਰ, ਜਿਹੜੇ ਕਿ ਸਾਬਕਾ ਕੰਜ਼ਰਵੇਟਿਵ ਵਿਦੇਸ਼ ਮੰਤਰੀ ਜੌਨ ਬੇਅਰਡ ਦੇ ਚੀਫ ਆਫ ਸਟਾਫ ਸਨ, ਉਹਨਾਂ ਨੇ ਕਿਹਾ ਕਿ ਦੂਤ ਘਰਾਂ ਲਈ ਸਾਰੀਆਂ ਪਾਰਟੀਆਂ ਦੇ ਆਗੂਆਂ ਦੀ ਤਲਾਸ਼ ਕਰਨਾ ਆਮ ਗੱਲ ਹੈ ਤੇ ਚੋਣਾਂ ਹੋਣ ਤੱਕ ਵਿਰੋਧੀ ਨੇਤਾਵਾਂ ਤੱਕ ਪਹੁੰਚਣਾ ਔਖਾ ਹੁੰਦਾ ਹੈ। ਉਹਨਾਂ ਕਿਹਾ ਕਿ ਕੈਨੇਡੀਅਨ ਲੋਕ ਵਿਦੇਸ਼ ਨੀਤੀ ਦੇ ਨਾਂ ਤੇ ਵੋਟ ਨਹੀਂ ਪਾਉਂਦੇ। ਪੋਲੀਏਵਰ ਦਾ ਧਿਆਨ ਰਿਹਾਇਸ਼ ਅਤੇ ਸਿਹਤ ਦੇਖਭਾਲ ਵਰਗੇ ਮੁੱਦਿਆਂ ਤੇ ਕੇਂਦਰਿਤ ਹੈ, ਜਿਨ੍ਹਾਂ ਨੂੰ ਕੈਨੇਡੀਅਨ ਲੋਕ ਵੋਟਿੰਗ 'ਚ ਸਭ ਤੋਂ ਉੱਪਰ ਮੰਨਦੇ ਨੇ। ਉਧਰ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਸਰਕਾਰ 'ਚ ਇਮੀਗ੍ਰੇਸ਼ਨ ਮੰਤਰੀ ਰਹੇ ਕ੍ਰਿਸ ਐਲੈਗਜ਼ੈਂਡਰ ਨੇ ਤਰਕ ਦਿੱਤਾ ਹੈ ਕਿ ਸੰਘਰਸ਼ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਵਿਸ਼ਵੀ ਤਾਕਤਾਂ ਦੇ ਪ੍ਰਭਾਵ ਨੂੰ ਦੇਖਦਿਆਂ ਪੋਲੀਏਵਰ ਹੋਰ ਅੱਗੇ ਵੱਧ ਸਕਦੇ ਨੇ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 1 ਸਾਲ ਪਹਿਲਾਂ ਨੇਤਾ ਬਣਨ ਮਗਰੋਂ ਓਲੀਵਰ ਨੇ ਕੈਨੇਡਾ 'ਚ ਪ੍ਰਵਾਸੀ ਭਾਈਚਾਰਿਆਂ ਲਈ ਕੁਝ ਵਿਦੇਸ਼ ਨੀਤੀ ਦੇ ਮੁੱਦਿਆਂ ਨੂੰ ਤਿਆਰ ਕੀਤਾ, ਜਿਵੇਂ ਕਿ ਕੈਨੇਡਾ ਤੋਂ ਅੰਮ੍ਰਿਤਸਰ ਤੱਕ ਇੱਕ ਸਿੱਧੀ ਉਡਾਣ ਚਾਲੂ ਕਰਨ ਲਈ ਇੱਕ 에ਅਰਲਾਈਨ ਸ਼ੁਰੂ ਕਰਨ ਦੀ ਵਚਨਬੱਧਤਾ। ਹਾਲਾਂਕਿ ਉਹਨਾਂ ਨੇ ਕੁਝ ਵਿਦੇਸ਼ ਮੁੱਦਿਆਂ ਤੇ ਸਖਤ ਹੋਣ ਦਾ ਵਾਅਦਾ ਕਰਕੇ ਲਿਬਰਲ ਸਰਕਾਰ ਨਾਲ ਭਿੰਨਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਜਿਵੇਂ ਕਿ ਈਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਨੂੰ ਇੱਕ ਅੱਤਵਾਦੀ ਸੰਗਠਨ ਐਲਾਨਣਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਵਿਦੇਸ਼ ਨੀਤੀ ਦੇ ਕੁਝ ਸਭ ਤੋਂ ਵੱਡੇ ਵਿਸ਼ਿਆਂ ਨੂੰ ਆਪਣੀ ਬੈਂਚ ਦੇ ਪ੍ਰਮੁੱਖ ਸੰਸਦ ਮੈਂਬਰਾਂ ਤੇ ਛੱਡ ਦਿੱਤਾ ਹੈ। ਕੈਨੇਡਾ ਪੁਲਿਸ ਨੇ ਟੋਰਾਂਟੋ ਦੇ ਕਿਡਨੈਪਿੰਗ ਕੇਸ 'ਚ ਤੀਜਾ ਸ਼ੱਕੀ ਵੀ ਗ੍ਰਿਫਤਾਰ ਕਰ ਲਿਆ ਹੈ, ਜਿਸ ਦੀ ਪਛਾਣ 26 ਸਾਲ ਦੇ ਹਰਮਨਵੀਰ ਸਿੰਘ ਵਜੋਂ ਹੋਈ ਹੈ। 5 ਜੁਲਾਈ ਨੂੰ ਵਾਪਰੀ ਇਸ ਘਟਨਾ ਦੇ ਕੇਸ 'ਚ 2 ਗ੍ਰਿਫਤਾਰੀਆਂ ਪਹਿਲਾਂ ਹੀ ਹੋ ਚੁੱਕੀਆਂ ਨੇ। ਟੋਰਾਂਟੋ ਪੁਲਿਸ ਮੁਤਾਬਕ ਵੈਲਿੰਗਟਨ ਸਟਰੀਟ ਵੈਸਟ ਅਤੇ ਬੇ ਸਟਰੀਟ ਖੇਤਰ 'ਚ ਬੀਤੇ ਮਹੀਨੇ 5 ਜੁਲਾਈ ਨੂੰ ਕਿਡਨੈਪਿੰਗ ਦੀ ਇੱਕ ਘਟਨਾ ਵਾਪਰੀ ਸੀ। ਸ਼ਾਮ ਨੂੰ ਲਗਭਗ 7:40 ਤੇ ਕੁਝ ਲੋਕਾਂ ਵੱਲੋਂ ਇੱਕ ਵਿਅਕਤੀ ਕੋਲੋਂ ਜ਼ਬਰੀ ਉਸ ਦੀ ਕਾਰ ਖੋਹ ਲਈ ਜਾਂਦੀ ਹੈ ਤੇ ਉਸ ਨੂੰ ਦੂਜੀ ਗੱਡੀ ਵਿੱਚ ਬਿਠਾ ਕੇ ਲਿਆਇਆ ਜਾਂਦਾ ਹੈ। ਇਸ ਤੋਂ ਬਾਅਦ ਉਹਨਾਂ ਵੱਲੋਂ ਉਸ ਨੂੰ ਬੈਂਕ ਦੀ ਜ਼ਮੀਨ ਕੋਲ ਲਿਜਾ ਕੇ ਧੱਕੇ ਨਾਲ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ। ਐਤਵਾਰ ਰਾਤ ਨੂੰ ਸਕਾਰਬਰੋ 'ਚ 2 ਗੱਡੀਆਂ ਦੀ ਟੱਕਰ 'ਚ 3 ਵਿਅਕਤੀ ਜ਼ਖਮੀ ਹੋ ਗਏ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਲਾਰੈਂਸ ਐਵਨਿਊ ਤੇ ਬ੍ਰਿਮਲੇ ਰੋਡ ਦੇ ਇੰਟਰਸੈਕਸ਼ਨ ਨੇੜੇ ਰਾਤੀ 10:15 ਤੇ 2 ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ ਤੇ ਇਹਨਾਂ ਵਿੱਚੋਂ ਇੱਕ ਪਲਟ ਗਈ। ਟੋਰਾਂਟੋ ਪੈਰਾਮੈਡਿਕਸ ਅਨੁਸਾਰ ਇੱਕ ਮਹਿਲਾ ਨੂੰ ਗੰਭੀਰ ਹਾਲਤ 'ਚ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। 2 ਹੋਰਨਾਂ ਵਿਅਕਤੀਆਂ ਨੂੰ ਵੀ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਮੇਂ ਜ਼ਖਮੀਆਂ ਦੀ ਸਥਿਤੀ ਬਾਰੇ ਕੋਈ ਹੋਰ ਜਾਣਕਾਰੀ ਹਾਸਲ ਨਹੀਂ ਹੋ ਸਕੀ। ਐਤਵਾਰ ਨੂੰ ਡਾਊਨਟਾਊਨ ਟੋਰਾਂਟੋ ਦੇ ਇੱਕ ਹੋਟਲ ਦੇ ਬਾਹਰ 2 ਧਿਰਾਂ ਦੇ ਵੱਲੋਂ ਮੁਜ਼ਾਹਰਾ ਕੀਤਾ ਗਿਆ। ਹੋਟਲ ਦੇ ਬਾਹਰ ਦਰਜਨਾਂ ਸਮਰਥਕਾਂ ਦੇ ਇਕੱਠੇ ਹੋਣ ਤੋਂ ਬਾਅਦ ਹੋਟਲ ਦੇ ਚਾਰੇ ਪਾਸੇ ਭਾਰੀ ਮਾਤਰਾ 'ਚ ਪੁਲਿਸ ਅਧਿਕਾਰੀ ਤੇ ਮਾਊਂਟਡ ਯੂਨਿਟ ਦੇ ਮੈਂਬਰਾਂ ਨੂੰ ਤਾਇਨਾਤ ਕੀਤਾ ਗਿਆ। ਐਤਵਾਰ ਨੂੰ ਡਾਊਨਟਾਊਨ ਟੋਰਾਂਟੋ ਦੇ ਇੱਕ ਹੋਟਲ ਦੇ ਬਾਹਰ ਉਸ ਸਮੇਂ ਮਾਹੌਲ ਤਣਾਅ ਵਾਲਾ ਬਣ ਗਿਆ, ਜਦੋਂ ਸੱਭਿਆਚਾਰਕ ਫੈਸਟੀਵਲ ਐਰੀਟੇਰੀਆ ਦੀ ਪਾਰਟੀ ਤੋਂ ਪਹਿਲਾਂ ਹੀ 2 ਧਿਰਾਂ ਵੱਲੋਂ ਹੋਟਲ ਦੇ ਬਾਹਰ ਮੁਜ਼ਾਹਰਾ ਕੀਤਾ ਗਿਆ। ਇੱਕ ਗਰੁੱਪ ਵੱਲੋਂ ਇਸ ਈਵੈਂਟ ਦੀ ਨਿਖੇਧੀ ਕੀਤੀ ਜਾ ਰਹੀ ਸੀ ਤੇ ਦੂਜੇ ਵੱਲੋਂ ਇਸ ਦਾ ਸਮਰਥਨ ਕੀਤਾ ਜਾ ਰਿਹਾ ਸੀ। ਸੈਰੇਟਨ ਸੈਂਟਰ ਟੋਰਾਂਟੋ ਹੋਟਲ ਦੇ ਬਾਹਰ 2 ਧੜਿਆਂ ਦੇ ਦਰਜਨਾਂ ਸਮਰਥਕਾਂ ਦੇ ਇਕੱਠੇ ਹੋਣ ਤੋਂ ਬਾਅਦ ਹੋਟਲ ਦੇ ਚਾਰੇ ਪਾਸੇ ਭਾਰੀ ਮਾਤਰਾ 'ਚ ਪੁਲਿਸ ਅਧਿਕਾਰੀਆਂ ਅਤੇ ਮਾਊਂਟਡ ਯੂਨਿਟ ਦੇ ਮੈਂਬਰਾਂ ਨੂੰ ਤਾਇਨਾਤ ਕੀਤਾ ਗਿਆ। ਇੱਕ ਗਰੁੱਪ ਜਿਸ ਦੇ ਮੈਂਬਰਾਂ ਨੇ ਨੀਲੇ ਰੰਗ ਦੀਆਂ ਟੀ-ਸ਼ਰਟਸ ਪਾਈਆਂ ਹੋਈਆਂ ਸਨ ਵੱਲੋਂ ਹੋਟਲ ਨੂੰ ਪਾਰਟੀ ਕੈਂਸਲ ਕਰਨ ਲਈ ਆਖਿਆ ਜਾ ਰਿਹਾ ਸੀ। ਇਸ ਗਰੁੱਪ ਦਾ ਦਾਅਵਾ ਸੀ ਕਿ ਇਹ ਸਾਰੇ ਲੋਕ ਐਰੀਟੇਰੀਅਨ ਸਰਕਾਰ ਲਈ ਫੰਡ ਇਕੱਠੇ ਕਰਨ ਵਾਸਤੇ ਇਹ ਪ੍ਰੋਗਰਾਮ ਕਰਵਾ ਰਹੇ ਨੇ। ਜ਼ਿਕਰਯੋਗ ਹੈ ਕਿ ਕਈ ਦਹਾਕੇ ਪਹਿਲਾਂ ਐਰੀਟੇਰੀਆ ਦੇ ਪਹਿਲੇ ਰਾਸ਼ਟਰਪਤੀ ਦੇ ਸੱਤਾ 'ਚ ਆਉਣ ਤੋਂ ਬਾਅਦ ਤੋਂ ਹੀ ਉੱਥੇ ਕਦੇ ਚੋਣਾਂ ਨਹੀਂ ਕਰਵਾਈਆਂ ਗਈਆਂ। ਇੱਕ ਗਰੁੱਪ ਨੇ ਦੱਸਿਆ ਕਿ ਸਰਕਾਰ ਵੱਲੋਂ ਸੀਮਤ ਆਜ਼ਾਦੀ ਹੀ ਲੋਕਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਫੌਜ ਵਿੱਚ ਜ਼ਬਰੀ ਭਰਤੀ ਵੀ ਕੀਤੀ ਜਾਂਦੀ ਹੈ, ਜਿਸ ਕਾਰਨ ਕਈ ਮਿਲੀਅਨ ਲੋਕ ਦੇਸ਼ ਛੱਡ ਕੇ ਜਾ ਚੁੱਕੇ ਨੇ। ਇਸ ਗਰੁੱਪ ਯਾਫੇਤ ਦੇ ਮੈਂਬਰ ਨੇ ਦੱਸਿਆ ਕਿ ਇਸ ਪਾਰਟੀ ਦੌਰਾਨ ਇਕੱਠੇ ਹੋਣ ਵਾਲੇ ਪੈਸੇ ਨਾਲ ਦੇਸ਼ ਵਿੱਚ ਲੜਾਈਆਂ ਹੋਰ ਵਧਣਗੀਆਂ, ਬੱਚਿਆਂ ਨੂੰ ਸੈਨਿਕ ਬਣਾਇਆ ਜਾਵੇਗਾ ਤੇ ਕਈ ਹੋਰ ਗੈਰ ਕਾਨੂੰਨੀ ਕੰਮ ਹੋਣਗੇ। ਇਸ ਲਈ ਯਾਫੇਤ ਤੇ ਉਸ ਦਾ ਗਰੁੱਪ ਅਲਸਕਰਟ ਪਾਰਕ 'ਚ ਸ਼ਨੀਚਰਵਾਰ ਨੂੰ ਇਕੱਠੇ ਹੋ ਕੇ ਇਸ ਈਵੈਂਟ ਨੂੰ ਕਰਵਾਏ ਜਾਣ ਦਾ ਵਿਰੋਧ ਕਰ ਰਹੇ ਸਨ। ਜਦੋਂ ਮੁਜ਼ਾਹਰਾਕਾਰੀਆਂ ਤੇ ਈਵੈਂਟ 'ਚ ਹਿੱਸਾ ਲੈਣ ਵਾਲਿਆਂ ਦਰਮਿਆਨ ਝੜਪ ਹੋਈ ਤਾਂ 9 ਲੋਕ ਜ਼ਖਮੀ ਹੋ ਗਏ। ਹਿੰਸਾ ਭੜਕਾਉਣ ਦਾ ਦੋਸ਼ ਦੋਵਾਂ ਪਾਰਟੀਆਂ ਵੱਲੋਂ ਇੱਕ ਦੂਜੇ ਤੇ ਲਾਇਆ ਗਿਆ। ਥੋੜੇ ਚਿਰ ਪਿੱਛੋਂ ਚਿੱਟੇ ਰੰਗ ਦੀਆਂ ਟੀ-ਸ਼ਰਟਸ ਪਾ ਕੇ ਦੂਜੇ ਗਰੁੱਪ ਦੇ ਮੈਂਬਰ ਉੱਥੇ ਪਹੁੰਚ ਗਏ ਤੇ ਇਸ ਐਰੀਟੇਰੀਅਨ ਸਰਕਾਰ ਦੇ ਹੱਕ 'ਚ ਬੋਲਣ ਲੱਗੇ। ਸ਼ਾਮੀ 7 ਵਜੇ ਜਦੋਂ 2 ਮਹਿਮਾਨ ਪਾਰਟੀ 'ਚ ਹਿੱਸਾ ਲੈਣ ਲਈ ਪਹੁੰਚੇ ਤਾਂ ਮੁਜ਼ਾਹਰਾਕਾਰੀ ਉਹਨਾਂ ਦੁਆਲੇ ਇਕੱਠੇ ਹੋ ਗਏ ਅਤੇ ਪੁਲਿਸ ਨੇ ਮਸਾਂ ਸਾਰਿਆਂ ਨੂੰ ਖਿਲਾਰ ਕੇ ਮਹਿਮਾਨਾਂ ਨੂੰ ਹੋਟਲ ਦੇ ਅੰਦਰ ਭੇਜਿਆ। ਪੁਲਿਸ ਵੱਲੋਂ ਯੂਨੀਵਰਸਿਟੀ ਐਵਨਿਊ ਤੋਂ ਬੇ ਸਟਰੀਟ ਤੱਕ ਕੁਈਨ ਸਟਰੀਟ ਵੈਸਟ ਨੂੰ ਬਲੌਕ ਕੀਤਾ ਗਿਆ ਸੀ ਤੇ ਡੰਡਾਸ ਸਟਰੀਟ ਤੇ ਐਡੀਲੇਡ ਸਟਰੀਟ ਦਰਮਿਆਨ ਯੂਨੀਵਰਸਿਟੀ ਐਵਨਿਊ ਨੂੰ ਬੰਦ ਕਰ ਦਿੱਤਾ ਗਿਆ ਸੀ। ਸ਼ਨੀਵਾਰ ਰਾਤ ਨੂੰ ਲੈਜ਼ਲੀ ਸਟਰੀਟ ਤੇ ਸ਼ੈਪਰਡ ਐਵਨਿਊ ਈਸਟ ਏਰੀਆ 'ਚ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਮਹਿਲਾ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਰਾਤੀ 10:19 ਦੇ ਨੇੜੇ ਤੇੜੇ 27 ਸਾਲਾ ਮਹਿਲਾ ਲੈਜ਼ਲੀ ਸਟਰੀਟ ਦੇ ਉੱਤਰ ਵੱਲੋਂ ਮਾਜ਼ਦਾ 3 ਸੈਡਾਨ 'ਚ ਜਾ ਰਹੀ ਸੀ ਜਦੋਂ ਉਸਨੇ ਸ਼ੈਪਰਡ ਐਵਨਿਊ ਈਸਟ ਉੱਤੇ ਲੈਜ਼ਲੀ ਸਟਰੀਟ ਦੀ ਕ੍ਰਾਸਿੰਗ ਉੱਤੇ ਇੱਕ ਮਹਿਲਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਈ।
ਨਾਜ਼ੁਕ ਹਾਲਤ 'ਚ ਔਰਤ ਨੂੰ ਹਸਪਤਾਲ ਲਿਜਾਇਆ ਗਿਆ। ਗੱਡੀ ਚਲਾ ਰਹੀ ਮਹਿਲਾ ਵੀ ਮੌਕੇ ਤੇ ਮੌਜੂਦ ਰਹੀ। ਮਾਮਲੇ ਦੀ ਜਾਂਚ ਟ੍ਰੈਫਿਕ ਸਰਵਿਸਿਜ਼ ਵੱਲੋਂ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲਿਆਂ ਨੂੰ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ 'ਚ ਐਡਮ ਝੀਲ ਦੇ ਦੋਹੀਂ ਪਾਸੇ ਲੱਗੀ ਜੰਗਲ ਦੀ ਅੱਗ ਨੇੜਲੇ ਇਲਾਕਿਆਂ ਦੇ ਵਿੱਚ ਵੀ ਪਹੁੰਚ ਗਈ, ਜਿਸ ਕਰਕੇ ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਜਾ ਰਹੇ ਨੇ। ਫਾਇਰ ਫਾਈਟਰਸ ਪਿਛਲੇ ਕਈ ਦਿਨਾਂ ਤੋਂ ਇਸ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਲਗਾਤਾਰ ਕਰ ਰਹੇ ਨੇ। ਬੀਤੇ ਦਿਨ ਕੋਲੰਬੀਆ ਸ਼ੁਸ਼ਵੈਪ ਡਿਸਟ੍ਰਿਕਟ ਵੱਲੋਂ ਜਾਰੀ ਇੱਕ ਬਿਆਨ 'ਚ ਦੱਸਿਆ ਗਿਆ ਕਿ ਲੋਅਰ ਐਡਮਸ ਝੀਲ ਦੇ ਜੰਗਲ 'ਚ ਲੱਗੀ ਅੱਗ ਹੌਲੀ-ਹੌਲੀ ਅੱਗੇ ਵਧ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਭਾਰੀ ਧੂਏ ਕਾਰਨ ਇੱਥੇ ਦਿਖਾਈ ਘੱਟ ਦੇ ਰਿਹਾ ਹੈ, ਜਦਕਿ ਖੁਸ਼ਕ ਤੇ ਗਰਮ ਮੌਸਮ ਅੱਗ ਨੂੰ ਅੱਗੇ ਵਧਾਉਣ 'ਚ ਸਹਾਈ ਹੋ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 90 ਤੋਂ ਵੱਧ ਸੰਪੱਤੀਆਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਨੇ ਤੇ ਝੀਲ ਦੇ ਦੂਜੇ ਪਾਸੇ ਬੁਸ਼ ਕ੍ਰੀਕ ਈਸਟ ਦੀ ਅੱਗ ਕਾਰਨ ਫੋਰੈਸਟ ਸਰਵਿਸ ਰੋਡ ਤੇ 13 ਸੰਪੱਤੀਆਂ ਨੂੰ ਐਤਵਾਰ ਦੁਪਹਿਰ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ। ਦੱਸ ਦਈਏ ਕਿ ਐਡਮ ਝੀਲ ਦੇ ਜੰਗਲ 'ਚ ਪਿਛਲੇ ਕਈ ਦਿਨਾਂ ਤੋਂ ਭਿਆਨਕ ਅੱਗ ਲੱਗੀ ਹੋਈ ਹੈ, ਜਿਸ ਨੇ ਹੁਣ ਤੱਕ ਬਹੁਤ ਵੱਡੇ ਰਕਬੇ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਅੱਗ ਤੇ BC ਫਾਇਰ ਸਰਵਿਸਿਜ਼ ਦੇ ਕਰਮਚਾਰੀਆਂ ਵੱਲੋਂ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਇਹਨਾਂ ਦੀ ਮਦਦ ਲਈ ਕੈਨੇਡੀਅਨ ਹਥਿਆਰਬੰਦ ਫੌਜ ਨੇ ਮੌਕੇ ਤੇ ਪਹੁੰਚ ਕੇ ਮੋਰਚਾ ਸੰਭਾਲ ਲਿਆ ਹੈ ਤਾਂ ਅੱਗ ਨੂੰ ਜਲਦੀ ਤੋਂ ਜਲਦੀ ਕਾਬੂ ਹੇਠ ਕੀਤਾ ਜਾ ਸਕੇ। ਵਿਨੀਪੈਗ ਦੇ ਡਾਊਨਟਾਊਨ 'ਚ ਇੱਕ ਲੰਬਰ ਯਾਰਡ 'ਚ ਐਤਵਾਰ ਦੁਪਹਿਰ ਤੱਕ ਅੱਗ ਬਲਦੀ ਰਹੀ, ਜਿਸ ਦੇ ਧੂਏ ਨਾਲ ਅਸਮਾਨ ਭਰ ਗਿਆ। ਲੋਗਨ ਐਵਨਿਊ ਤੇ ਸਵੇਰ ਤੋਂ ਹੀ ਅੱਗ ਭੜਕ ਰਹੀ ਹੈ। ਵਿਨੀਪੈਗ ਸਿਟੀ ਤੋਂ ਜਾਰੀ ਇੱਕ ਖਬਰ 'ਚ ਕਿਹਾ ਗਿਆ ਕਿ ਸ਼ਹਿਰ ਦੇ ਫਾਇਰ ਕਰਮੀਆਂ ਨੇ ਐਤਵਾਰ ਸਵੇਰੇ 1:36 ਤੇ ਘਟਨਾ ਦਾ ਜਵਾਬ ਦਿੱਤਾ ਤੇ ਇੱਕ ਦੂਸਰਾ ਅਲਾਰਮ ਬੁਲਾਇਆ ਗਿਆ, ਜਿਸ ਦਾ ਮਤਲਬ ਸੀ ਕਿ ਹੋਰ ਕਰਮਚਾਰੀਆਂ ਨੇ ਘਟਨਾ ਸਥਾਨ ਤੇ ਜਵਾਬ ਦਿੱਤਾ ਹੈ। ਅਲੈਗਜ਼ੈਂਡਰ ਐਵਨਿਊ ਤੇ 6 ਘਰਾਂ ਨੂੰ ਸਾਵਧਾਨੀ ਵਜੋਂ ਅਸਥਾਈ ਤੌਰ ਤੇ ਖਾਲੀ ਕਰਵਾ ਲਿਆ ਗਿਆ ਤੇ ਵਸਨੀਕ ਅਸਥਾਈ ਤੌਰ ਤੇ ਵਿਨੀਪੈਗ ਟ੍ਰਾਂਜ਼ਿਟ ਬੱਸਾਂ 'ਚ ਸ਼ਰਨ ਲੈ ਰਹੇ ਨੇ। ਕਾਰਜਕਾਰੀ ਪਲਾਟੂਨ ਦੇ ਮੁਖੀ ਡਿਕ ਬਲੇਮਿੰਗ ਨੇ ਕਿਹਾ ਕਿ ਗੋਦਾਮ 'ਚ ਇਮਾਰਤ ਸਮੱਗਰੀ ਦੀ ਮਾਤਰਾ ਹੋਣ ਕਾਰਨ ਅੱਗ ਕੱਲ ਤੱਕ ਚੱਲ ਸਕਦੀ ਹੈ। ਵਿਨੀਪੈਗ ਫਾਇਰ ਪੈਰਾਮੈਡਿਕ ਸੇਵਾ ਦੇ ਜ਼ਿਲ੍ਹਾ ਮੁਖੀ ਜੌਨ ਸੈਨਕੋਵਸਕੀ ਨੇ ਕਿਹਾ ਹੈ ਕਿ ਉਸਨੇ ਇਮਾਰਤ ਦੇ ਮਾਲਕ ਨਾਲ ਗੱਲ ਕੀਤੀ, ਜਿਸ ਨੇ ਕਿਹਾ ਕਿ ਵੱਖ-ਵੱਖ ਲੱਕੜ ਦੇ ਉਤਪਾਦ, ਹਾਰਡਵੇਅਰ, ਪੇਂਟ ਅਤੇ ਵਾਰਨਿਸ਼ ਅੰਦਰ ਨੇ। ਸੈਨਕੋਵਸਕੀ ਨੇ ਕਿਹਾ ਹੈ ਕਿ ਉਹ ਉਮੀਦ ਕਰਦਾ ਹੈ ਕਿ ਚਾਲਕ ਦਲ ਦੇਰ ਦੁਪਹਿਰ ਤੱਕ ਸੀਨ ਤੇ ਬਣੇ ਰਹਿਣਗੇ। ਕੈਨੇਡਾ ਦੀ ਜਨਤਕ ਸੁਰੱਖਿਆ ਵਿਭਾਗ ਨੇ ਕਿਹਾ ਕਿ ਉਹ ਭਾਰਤੀ ਡਿਪਲੋਮੈਟਾਂ ਖਿਲਾਫ ਧਮਕੀਆਂ ਭਰੇ ਆਨਲਾਈਨ ਵੀਡੀਓ ਨਸ਼ਰ ਹੋਣ ਤੋਂ ਬਾਅਦ ਦੇਸ਼ 'ਚ ਸਾਰੇ ਕੂਟਨੀਤਿਕ ਪ੍ਰਤੀਨਿਧਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ। ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੇਸ਼ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਪਬਲਿਕ ਸੇਫਟੀ ਕੈਨੇਡਾ ਦਾ ਇਹ ਬਿਆਨ ਗਰਮ ਖਿਆਲੀਆਂ ਦੇ ਪੋਸਟਰਾਂ ਦੇ ਆਨਲਾਈਨ ਨਸ਼ਰ ਹੋਣ ਤੋਂ ਲਗਭਗ 1 ਮਹੀਨੇ ਬਾਅਦ ਆਇਆ ਹੈ। ਦੱਸਣਾ ਬਣਦਾ ਹੈ ਕਿ ਇਹਨਾਂ ਗਰਮ ਖਿਆਲੀਆਂ ਦੇ ਪੋਸਟਰਾਂ ਚ ਭਾਰਤੀ ਅਧਿਕਾਰੀਆਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਸੀ ਕਿ ਭਾਰਤ ਨੇ ਆਪਣੇ ਭਾਈਵਾਲ ਦੇਸ਼ਾਂ ਕੈਨੇਡਾ, UK ਅਤੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਕੱਟੜਪੰਥੀ ਗਰਮ ਖਿਆਲੀ ਵਿਚਾਰਧਾਰਾ ਨੂੰ ਥਾਂ ਨਾ ਦੇਣ, ਕਿਉਂਕਿ ਇਹ ਦੇਸ਼ਾਂ ਦੇ ਆਪਸੀ ਸਬੰਧਾਂ ਲਈ ਠੀਕ ਨਹੀਂ ਹੈ। ਪਬਲਿਕ ਸੇਫਟੀ ਕੈਨੇਡਾ ਨੇ ਸੋਸ਼ਲ ਮੀਡੀਆ ਤੇ ਕਿਹਾ, ਹਿੰਸਾ ਨੂੰ ਭੜਕਾਉਣ ਲਈ ਕੈਨੇਡਾ ਵਿੱਚ ਕੋਈ ਥਾਂ ਨਹੀਂ ਹੈ। ਭਾਰਤੀ ਡਿਪਲੋਮੈਟਿਕ ਅਧਿਕਾਰੀਆਂ ਖਿਲਾਫ ਧਮਕੀਆਂ ਦੇ ਸਬੰਧ 'ਚ ਇੱਕ ਆਨਲਾਈਨ ਵੀਡੀਓ ਨਸ਼ਰ ਹੋਣ ਤੋਂ ਬਾਅਦ ਸਫਾਰਤਖਾਨੇ ਦੇ ਪ੍ਰਤੀਨਿਧਾਂ ਦੀ ਸੁਰੱਖਿਆ ਲਈ ਕੰਮ ਕੀਤਾ ਜਾ ਰਿਹਾ ਹੈ। ਕੈਨੇਡੀਅਨ ਵਿਦੇਸ਼ ਮੰਤਰੀ ਮੈਲਾਨੀਆ ਜੋਲੀ ਨੇ ਪਿਛਲੇ ਮਹੀਨੇ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਸੀ ਤੇ ਕੱਟੜਪੰਥੀਆਂ ਦੀ ਰੈਲੀ ਤੋਂ ਪਹਿਲਾਂ ਕੱਟੜਪੰਥੀਆਂ ਦੀ ਪ੍ਰਚਾਰ ਸਮੱਗਰੀ ਨੂੰ ਵੀ ਅਸਵੀਕਾਰ ਕੀਤਾ ਸੀ। ਇਸ ਤੋਂ ਪਹਿਲਾਂ ਜੂਨ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਜਸ਼ਨ ਮਨਾਉਣ ਵਾਲੇ ਬਰੈਂਪਟਨ 'ਚ ਇੱਕ ਝਾਕੀ ਕੱਢੀ ਗਈ ਸੀ ਤੇ ਜਿਸ ਦੀ ਭਾਰਤ ਨੇ ਸਖਤ ਨਿੰਦਾ ਕੀਤੀ ਸੀ। ਜੈ ਸ਼ੰਕਰ ਨੇ ਇਸ ਮੁੱਦੇ ਤੇ ਕਿਹਾ ਸੀ ਕਿ ਇਸ ਮੁੱਦੇ ਤੇ ਕੈਨੇਡਾ ਦਾ ਜਵਾਬ ਉਸ ਦੀਆਂ ਵੋਟ ਬੈਂਕ ਦੀਆਂ ਮਜਬੂਰੀਆਂ ਕਾਰਨ ਸੀਮਤ ਜਾਪਦਾ ਹੈ ਤੇ ਜੇਕਰ ਇਹ ਗਤੀਵਿਧੀਆਂ ਉਹਨਾਂ ਦੀ ਕੌਮੀ ਸੁਰੱਖਿਆ ਤੇ ਅਖੰਡਤਾ ਤੇ ਅਸਰ ਪਾਉਂਦੀਆਂ ਨੇ ਤਾਂ ਭਾਰਤ ਨੂੰ ਇਸ ਦਾ ਜਵਾਬ ਦੇਣਾ ਪਵੇਗਾ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ। ਕੈਨੇਡਾ 'ਚ ਵੀਜ਼ਾ ਧੋਖਾਧੜੀ ਮਾਮਲੇ 'ਚ ਨਵੀਂ ਜਾਣਕਾਰੀ। ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਦੀ ਖੁਫੀਆ ਤੇ ਇਨਫੋਰਸਮੈਂਟ ਸ਼ਾਖਾ ਨੇ ਸ਼ੱਕੀ ਮਾਮਲਿਆਂ ਨੂੰ 300 ਤੱਕ ਸੀਮਤ ਕੀਤਾ। ਕੈਨੇਡਾ ਦੀ ਮਹਿੰਗਾਈ ਦਰ ਜੂਨ 'ਚ ਘਟ ਕੇ 2.8% ਹੋਈ, ਪਰ ਗਰੋਸਰੀ ਦੀਆਂ ਕੀਮਤਾਂ ਨੇ ਲੋਕਾਂ ਦੀ ਢਿੱਲੀ ਕੀਤੀ ਜੇਬ। ਭੋਜਨ ਮਹਿੰਗਾਈ ਸਮੇਂ ਦੇ ਨਾਲ ਹੌਲੀ ਹੋਣ ਦੀ ਉਮੀਦ। ਕੈਨੇਡਾ ਦੇ ਜਨਤਕ ਸੁਰੱਖਿਆ ਵਿਭਾਗ ਨੇ ਕਿਹਾ ਉਹ ਦੇਸ਼ 'ਚ ਸਾਰੇ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ। ਕੈਨੇਡੀਅਨ ਵਿਦੇਸ਼ ਮੰਤਰੀ ਮੈਲਾਨੀਆ ਜੋਲੀ ਨੇ ਪਿਛਲੇ ਮਹੀਨੇ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਦਾ ਦਿੱਤਾ ਸੀ ਭਰੋਸਾ। ਫੈਡਰਲ ਚੋਣਾਂ ਤੋਂ ਪਹਿਲਾਂ ਕੰਜ਼ਰਵੇਟਿਵ ਆਗੂ ਪੀਅਰੇ ਪੋਲੀਏਵਰ ਨੇ ਦਿੱਤੇ ਸੰਕੇਤ। ਪੋਲੀਏਵਰ ਦਾ ਧਿਆਨ ਰਿਹਾਇਸ਼ ਅਤੇ ਸਿਹਤ ਦੇਖਭਾਲ ਵਰਗੇ ਮੁੱਦਿਆਂ ਤੇ ਕੇਂਦਰਿਤ, ਜਿਨ੍ਹਾਂ ਨੂੰ ਕੈਨੇਡੀਅਨ ਲੋਕ ਵੋਟਿੰਗ 'ਚ ਮੰਨਦੇ ਨੇ ਸਭ ਤੋਂ ਉੱਪਰ।